ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਾਡੇ ਚੈਨਲ ਫ੍ਰੀ ਦੇ ਵਿੱਚ ਅਸੀਂ ਹੋਪ ਕਰਨੇ ਹਾਂ ਕਿ ਜੋ ਕੰਟੈਂਟ ਆਪਾਂ ਜੋ ਵੀ ਪ੍ਰੋਵਾਈਡ ਕਰਨੇ ਆ ਫਾਈਨੈਂਸ ਰਿਲੇਟਡ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਨੂੰ ਹੈਲਪ ਕਰਦਾ ਹੈ। ਉਹ ਤੁਹਾਨੂੰ ਹੈਲਪ ਕਰਦਾ ਹੈ ਕਿ ਇਹੋ ਜਿਹੇ ਫਾਈਨੈਂਸ਼ੀਅਲ ਡਿਸੀਜਨ ਤੁਸੀਂ ਆਪਣੀ ਲਾਈਫ ਦੇ ਵਿੱਚ ਲੈ ਸਕੋ ਕਿ ਐਟਲੀਸਟ ਲਾਈਫ ਦੇ ਕਿਸੇ ਵੀ ਸਟੇਜ 'ਤੇ ਤੁਹਾਨੂੰ ਫਾਈਨੈਂਸ਼ੀਅਲੀ ਯਾਨੀ ਕਿ ਪੈਸੇ ਦੀ ਕਮੀ ਦੇ ਨਾਲ ਕਦੀ ਵੀ ਉਹਦਾ ਸਾਹਮਣਾ ਨਾ ਕਰਨਾ ਪਏ। ਸਾਡੀ ਇਹ ਵੀ ਕੋਸ਼ਿਸ਼ ਰਹਿੰਦੀ ਹੈ ਕਿ ਸਪੋਜ਼ ਕਿਸੇ ਵੇਲੇ ਹੋ ਸਕਦਾ ਲਾਈਫ ਦੇ ਕਿਸੇ ਮੋੜ ਦੇ ਵਿੱਚ ਜੇ ਤੁਸੀਂ ਕਿਸੇ ਫਾਈਨੈਂਸ ਦੀ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਫਸੇ ਹੋਏ ਹੋ ਤਾਂ ਕਿਸੇ ਤਰੀਕੇ ਆਪਾਂ ਤੁਹਾਨੂੰ ਹੈਲਪ ਕਰ ਸਕੀਏ ਕਿ ਕਿੱਦਾਂ ਕੁਝ ਡਿਸੀਜਨ ਲੈ ਕੇ ਆਪਾਂ ਉਹਨੂੰ ਇਸ ਲਾਈਫ ਨੂੰ ਆਪਾਂ ਇੰਨੀ ਈਜ਼ੀ ਕਰ ਪਾਈਏ ਤਾਂ ਕਿ ਐਟਲੀਸਟ ਅੱਗੇ ਜਾ ਕੇ ਆਉਣ ਵਾਲਾ ਜਿਹੜਾ ਟਾਈਮ ਹੈਗਾ ਉਹ ਸਾਡਾ ਸਮੂਥਲੀ ਨਿਕਲ ਜਾਏ। ਅੱਜ ਫਰੈਂਡਸ ਆਪਾਂ ਇੱਕ ਚੀਜ਼ ਲੈ ਕੇ ਆਏ ਹਾਂ, ਇੱਕ ਇਹੋ ਜਿਹਾ ਟੌਪਿਕ ਲੈ ਕੇ ਆਏ ਹਾਂ ਜਿਹੜਾ ਬਹੁਤਾਂ ਲੋਕਾਂ ਨੂੰ ਹੈ ਤੇ ਬਹੁਤ ਵਧੀਆ ਚੀਜ਼ ਹੈਗੀ ਹੈ, ਪਰ ਬਹੁਤ ਲੋਕ ਇਹਨੂੰ ਇੰਨਾ ਧਿਆਨ ਨਹੀਂ ਦਿੰਦੇ ਜਾਂ ਤਾਂ ਫਿਰ ਧਿਆਨ ਦੇ ਕੇ ਵੀ ਇਹਨੂੰ ਇਗਨੋਰ ਕਰ ਜਾਂਦੇ ਆਪਾਂ ਇਹਨੂੰ ਕਹਿੰਦੇ 8th ਵੰਡਰ ਆਫ ਦਾ ਵਰਲਡ, 8ਵਾਂ ਅਜੂਬਾ ਯਾਨੀ ਕਿ ਕੰਪਾਊਂਡ ਇੰਟਰਸਟ। ਸਰ ਪਾਵਰ ਆਫ ਕੰਪਾਊਂਡਿੰਗ ਦਾ ਇੰਨਾ ਵੱਡਾ ਇੰਪੈਕਟ ਹੈਗਾ, ਪਾਵਰ ਆਫ ਕੰਪਾਊਂਡਿੰਗ ਦਾ ਇੰਨਾ ਵੱਡਾ ਅਸਰ ਹੈਗਾ ਕਿ ਅਗਰ ਆਪਾਂ ਇਹਨੂੰ ਸਹੀ ਤਰੀਕੇ ਨਾਲ ਲਾਈਫ ਦੇ ਵਿੱਚ ਇੰਪਲਾਈ ਕਰ ਪਾਈਏ ਤਾਂ ਲਾਈਫ ਸਾਡੀ ਕਿੱਥੇ ਦੀ ਕਿੱਥੇ ਪਹੁੰਚ ਸਕਦੀ ਹੈ। ਆਪਾਂ ਅੱਜ ਇੱਕ ਸਿੰਪਲ ਜਿਹੀ ਐਗਜ਼ਾਮਪਲ ਤੁਹਾਨੂੰ ਲੈ ਕੇ ਇਹ ਚੀਜ਼ ਨੂੰ ਸਮਝਾਉਣਾ ਚਾਹਾਂਗੇ। ਅੱਜ ਆਪਾਂ ਇੱਕ ਜਿਹੜੀ ਥੀਮ ਬਣਾਈ ਹੈ ਆਪਣੀ ਵੀਡੀਓ ਦੀ ਉਹ ਹੈਗਾ ਬੈਸਟ ਗਿਫਟ ਐਵਰ। ਸਭ ਤੋਂ ਵਧੀਆ ਕੀ ਗਿਫਟ ਹੋ ਸਕਦਾ ਹੈ ਜੋ ਤੁਸੀਂ ਕਿਸੇ ਨੂੰ ਦਿੰਦੇ ਹੋ। ਦੋਸਤੋ ਕਦੀ ਵੀ ਸਾਡੇ ਘਰ ਸਪੋਜ਼ ਸਭ ਤੋਂ ਵੱਡੀ ਇੱਕ ਖੁਸ਼ੀ ਦਾ ਹੁੰਦਾ ਕਿ ਕਦੀ ਵੀ ਕਿਸੇ ਦੇ ਘਰ ਕੁੜੀ ਮੁੰਡਾ ਕੋਈ ਵੀ ਇੱਕ ਨਵਾਂ ਘਰ ਦਾ ਮੈਂਬਰ ਇੱਕ ਨਵਾਂ ਆਉਂਦਾ ਹੈ, ਅਸੀਂ ਬੜੇ ਖੁਸ਼ ਹੁੰਦੇ ਹਾਂ। ਔਰ ਇੱਕ ਉਹ ਸਭ ਤੋਂ ਜ਼ਿਆਦਾ ਐਕਸਾਈਟਮੈਂਟ ਦਾ ਦੌਰ ਹੁੰਦਾ ਹੈ ਕਿਸੇ ਵੀ ਫੈਮਿਲੀ ਵਾਸਤੇ ਜਦ ਉਹਨਾਂ ਦਾ ਕੁੱਲ ਵੱਧਦਾ, ਉਹਨਾਂ ਦਾ ਪਰਿਵਾਰ ਵੱਧਦਾ ਹੈ, ਕਿਸੇ ਵੀ ਬੱਚੀ ਜਾਂ ਬੱਚੇ ਦੇ ਆਉਣ ਦੇ ਵਿੱਚ ਉਹਨਾਂ ਦੀ ਫੈਮਿਲੀ ਦੇ ਵਿੱਚ ਵਾਧਾ ਪੈਂਦਾ ਹੈ। ਅਕਸਰ ਦੋਸਤੋ ਅਸੀਂ ਇੰਡੀਆ ਦੇ ਵਿੱਚ ਜਾਂ ਓਵਰਆਲ ਵਰਲਡ ਵੀ ਇੱਕ ਚੀਜ਼ ਜ਼ਰੂਰ ਕਰਨੇ ਆ ਕਿ ਕੋਈ ਵੀ ਜੇ ਸਪੋਜ਼ ਆਪਾਂ ਰਿਸ਼ਤੇਦਾਰਾਂ ਵਿੱਚ ਹੋ ਕੇ ਜਾਂ ਪੇਰੈਂਟਸ ਹੋ ਕੇ ਕੁਝ ਵੀ ਹੋ ਗਿਆ ਬੱਚਿਆਂ ਨੂੰ ਨਾਮ ਜ਼ਰੂਰ ਗਿਫਟ ਦਿੰਦੇ ਹਾਂ। ਅਸੀਂ ਕੀ ਆਪਾਂ ਇੱਕ ਇਹੋ ਜਿਹਾ ਗਿਫਟ ਦੇ ਸਕਦੇ ਹਾਂ ਆਪਣੇ ਬੱਚਿਆਂ ਨੂੰ ਜਿਹੜਾ ਇੱਕ ਵਾਰੀ ਆਪਾਂ ਸਾਡਾ ਦਿੱਤਾ ਹੋਇਆ ਗਿਫਟ ਅਗਲੇ ਦੀ ਕਿਸੇ ਤਰੀਕੇ ਨਾਲ ਰੱਬ ਨਾ ਹੀ ਕਰੇ ਕਿ ਕਦੀ ਐਸੀ ਸਿਚੁਏਸ਼ਨ ਆਵੇ ਬਟ ਸਪੋਜ਼ ਇਹੋ ਜਿਹਾ ਹੋਏ ਕਿ ਤੁਹਾਡਾ ਇੱਕ ਗਿਫਟ ਹੋ ਕੇ ਉਹਨਾਂ ਦੀ ਲਾਈਫ ਜੋ ਹੋ ਗਈ ਅੱਗੇ ਵਾਸਤੇ ਪੂਰੀ ਦੀ ਪੂਰੀ ਸਿਕਿਉਰ ਕਰ ਜਾਏਗੀ। ਹਾਂਜੀ ਦੋਸਤੋ ਆਪਾਂ ਐਨ ਸਮਝਾਉਂਦੇ ਹਾਂ ਕਿ ਪਾਵਰ ਆਫ ਕੰਪਾਊਂਡਿੰਗ। ਸਪੋਜ਼ ਕਰਨੇ ਆ ਕਿ ਤੁਹਾਡੇ ਘਰ ਇੱਕ ਬੱਚੇ ਦਾ ਜਨਮ ਹੋਇਆ, ਜਸਟ ਅਸਿਊਮ ਕਰਨੇ ਆਪਾਂ 2020 ਦੇ ਵਿੱਚ ਹੋਇਆ। ਆਪਾਂ ਅਸਿਊਮ ਕਰਨਾ ਕਿ ਇੱਕ ਅਮਾਊਂਟ ਇੱਕ ਆਪਾਂ ਇਹੋ ਜਿਹਾ ਇਨਵੈਸਟ ਕਰਦੇ, ਸਪੋਜ਼ ਆਪਾਂ ਕਰਨੇ ਆ ਕਿ ਇੱਕ FD ਕਰਾ ਦਿੰਦੇ ਹਾਂ, ਫਿਕਸ ਵਾਲੀ FD ਕਿ ਜਿਹਨੂੰ ਤੁਸੀਂ ਤੁੜਵਾ ਨਾ ਸਕੋ। ਸਪੋਜ਼ ਕਰਨਾ ਉਹ ਆਪਾਂ ਇੱਕ ਸਿੰਪਲ ਜਿਹਾ ਅਮਾਊਂਟ ਲੈਂਦੇ ਹਾਂ, ਜੇ ਇੱਕ ਸ਼ਗਨਾਂ ਵਾਲੇ ਅਮਾਊਂਟ ਵੀ ਕਹਿ ਸਕਦੇ ਹੋ, ਇੱਕ ਵਧੀਆ ਅਮਾਊਂਟ ਵੀ ਹੈ ਜਿਹੜਾ ਕੋਈ ਵੀ ਬੜੇ ਆਰਾਮ ਨਾਲ ਜਾਂ ਐਟਲੀਸਟ ਥੋੜ੍ਹੇ ਐਫਰਟਸ ਦੇ ਨਾਲ ਆਰਾਮ ਨਾਲ ਇਹਨੂੰ ਕੱਢ ਸਕਦਾ। ਆਪਾਂ ਅਸਿਊਮ ਕਰਨੇ ਆ 21,000 ਰੁਪਏ, 21,000 ਰੁਪਏ ਦਾ ਅਗਰ ਇੱਕ ਅਮਾਊਂਟ ਹੈਗਾ, ਸਪੋਜ਼ ਆਪਾਂ ਅੱਜ ਉਸ ਬੱਚੇ ਦੇ ਨਾਂ ਆਪਾਂ ਕਰਾ ਦਿੰਦੇ ਹਾਂ ਫਿਕਸ। ਇਹਨੂੰ ਹੈਗਾ ਕਿ ਫਿਕਸ ਆਪਾਂ ਕਰਾਤਾ ਐਟਲੀਸਟ 60 ਈਅਰਸ ਵਾਸਤੇ। 60 ਈਅਰਸ ਵਾਸਤੇ ਯਾਨੀ ਸੋਚੋ ਜਦ ਅੱਜ ਦੀ ਡੇਟ ਵਿੱਚ ਆਪਾਂ ਕਰਾਇਆ ਅੱਜ ਤੋਂ 60 ਈਅਰਸ ਬਾਅਦ ਯਾਨੀ ਕਿ 2081 ਦੇ ਵਿੱਚ ਜਦ ਬੱਚਾ 60 ਈਅਰਸ ਦਾ ਹੋ ਜਾਏਗਾ, ਕੀ ਕੀਤਾ ਤੁਸੀਂ ਸਿਰਫ ਇੱਕ ਗਿਫਟ ਲੈ ਕੇ ਉਹਦੇ ਵਾਸਤੇ ਲੈ ਕੇ ਤੁਸੀਂ ਛੱਡ ਦਿੱਤਾ। ਐਂਡ ਸਪੋਜ਼ ਕਰਨੇ ਆ ਉਹ ਤੁਸੀਂ ਇੱਕ ਬੈਂਕ ਦੇ ਵਿੱਚ ਪਾਇਆ, ਬੈਂਕ ਦਾ ਜਿਹੜਾ ਨਾਰਮਲ ਰਿਟਰਨ ਹੁੰਦਾ ਲਗਭਗ 7% ਦੇ ਹਿਸਾਬ ਨਾਲ ਹੁੰਦਾ। ਅਤੇ ਆਪਾਂ ਇਹਦੇ ਵਿੱਚ ਇੱਕ ਚੀਜ਼ ਦੇਖ ਸਕਦੇ ਕਿ ਆਪਾਂ ਨੇ ਸਿਰਫ 21,000 ਰੁਪਏ ਦਾ ਇੱਕ ਛੋਟੀ ਜਿਹੀ ਅਮਾਊਂਟ ਆਪਾਂ ਕੀਤੀ ਸੀ, ਉਹਨੂੰ ਆਪਾਂ ਕਰਕੇ ਆਪਾਂ ਭੁੱਲ ਗਏ। ਸਪੋਜ਼ ਇੱਦਾਂ ਹੀ ਆਪਾਂ ਕੋਈ ਚੀਜ਼ ਲਿੱਤੀ, ਕੁਛ ਟਾਈਮ ਬਾਅਦ ਉਹ ਚੀਜ਼ ਨੇ ਵੇਅਰ ਆਊਟ ਹੋ ਜਾਣਾ ਸੀ, ਉਹਦਾ ਕੋਈ ਫਾਇਦਾ ਰਹਿਣਾ ਨਹੀਂ ਸੀ। ਬਟ ਇਹ ਆਪਾਂ ਇੱਕ ਇਹੋ ਜਿਹਾ ਐਸੈਟ ਖਰੀਦਿਆ ਬੱਚੇ ਵਾਸਤੇ ਜਿਹੜੀ ਉਹਦੀ ਲਾਈਫ ਲੌਂਗ ਭਾਵੇਂ ਬੱਚਾ ਕੁਝ ਵੀ ਕਰੇ, ਭਾਵੇਂ ਆਪਣੀ ਲਾਈਫ 'ਚ ਖੇਲੇਗਾ ਕੁੱਦੇਗਾ ਵਧੇਗਾ, ਨਾਲ ਦੇ ਨਾਲ ਉਹਦੇ ਜਿਹੜਾ ਮਨੀ ਜੋ ਉਹਨਾਂ ਵਾਸਤੇ ਆਪਾਂ ਨੇ ਇਨਵੈਸਟ ਕੀਤੀ ਹੈ ਉਹ ਵੀ ਆਪਣਾ ਕੰਮ ਕਰਦੀ ਰਹਿਣਗੀ। ਔਰ ਜਦ ਤੱਕ ਬੱਚਾ 60 ਈਅਰ ਯਾਨੀ ਜੋ ਆਪਣੀ ਰਿਟਾਇਰਮੈਂਟ ਵਿੱਚ ਆਏਗਾ ਜੋ ਤੇ ਉਹਨੇ ਕਮਾਇਆ ਹੋਏਗਾ ਉਹ ਤਾਂ ਚਲੋ ਹੈ ਵੱਖਰੀ ਗੱਲ, ਉਹਦੇ ਇਲਾਵਾ ਤੁਹਾਡੇ ਇੰਨੇ ਜਿਹੇ ਅਮਾਊਂਟ ਦਿੱਤੇ ਨਾਲ ਉਹ ਤਕਰੀਬਨ 16 ਲੱਖ ਰੁਪਏ ਅਮਾਊਂਟ ਬਣ ਚੁੱਕਾ ਹੈ। ਇਹ ਬੈਂਕ ਦੇ ਹਿਸਾਬ ਨਾਲ ਆਪਾਂ ਦਿੱਤਾ ਹੈ। ਜੇ ਤੁਸੀਂ ਅਗਰ ਇਹਨੂੰ ਇਲੈਬੋਰੇਟ ਸਾਲ ਦਰ ਸਾਲ ਦੇਖਣਾ ਚਾਹੋਗੇ ਤਾਂ ਆਪਾਂ ਤੁਹਾਨੂੰ ਇਹ ਵੀ ਦਿਖਾ ਸਕਦੇ ਹਾਂ। ਇਹ ਵੇਖੋ ਅਸੀਂ ਇੱਕ ਗ੍ਰਾਫ ਪਲਾਟ ਕੀਤਾ ਹੈ ਕਿ ਹਰ ਸਾਲ ਦਰ ਇਨੀਸ਼ੀਅਲੀ ਨੈਗੇਟਿਵ ਦੇ ਵਿੱਚ ਸੀ ਕਿਉਂਕਿ ਆਪਾਂ ਨੇ ਜਿਹੜਾ ਸੀ ਇਹ ਵਾਲਾ ਅਮਾਊਂਟ ਆਪਾਂ ਨੇ ਕੀਤਾ ਸੀ, ਜਮ੍ਹਾਂ ਕਰਾਇਆ ਸੀ। ਕਰਾਉਂਦੇ ਦੇਖੋ ਪਾਵਰ ਆਫ ਕੰਪਾਊਂਡਿੰਗ ਦੀ ਇਹੀ ਬਿਊਟੀ ਹੁੰਦੀ ਕਿ ਕਿੱਦਾਂ ਸਾਲ ਦਰ ਸਾਲ ਆ ਕੇ ਪਹਿਲੇ ਤਾਂ 10-20 ਸਾਲ ਤੇ ਸਾਨੂੰ ਕੋਈ ਕੁਛ ਨਹੀਂ ਦਿਖਦਾ, ਉਹਦੇ ਬਾਅਦ 20 ਤੋਂ 30 ਤੇ 40 ਸਾਲ ਬਾਅਦ ਐਕਸਪੋਨੈਂਸ਼ੀਅਲੀ ਚੀਜ਼ਾਂ ਗਰੋ ਹੋਣੀ ਸ਼ੁਰੂ ਹੋ ਜਾਂਦੀ ਪਰ ਅਮਾਊਂਟ ਹੀ ਇੰਨਾ ਸਾਲ ਦਰ ਸਾਲ ਵਧਣਾ ਸ਼ੁਰੂ ਹੋ ਜਾਂਦਾ ਕਿ ਇਹ ਦੇਖੋ ਦਿਖਦੀ ਵੀ ਨਹੀਂ ਪਈ ਇੱਥੇ ਚੀਜ਼ਾਂ। ਆਪਾਂ ਇਹਨੂੰ ਥੋੜ੍ਹਾ ਇਲੈਬੋਰੇਟ ਕਰਨਾ ਐਗਜ਼ੈਕਟਲੀ ਦੇਖੋ ਇਹੀ ਅਮਾਊਂਟ 16,09,634 ਅਮਾਊਂਟ ਇੱਥੇ ਵੀ ਰਿਫਲੈਕਟ ਹੋ ਰਿਹਾ ਜੋ ਕਿ 2080 ਦੇ ਵਿੱਚ ਅਸੀਂ ਹੋਣਗੇ ਨਾ ਹੋਣਗੇ ਇੱਕ ਡਿਫਰੈਂਟ ਵਿਸ਼ਾ ਹੈਗਾ। ਪਰ ਅਸੀਂ ਜੋ ਇੱਕ ਕੀਤਾ ਆਪਣੇ ਇੱਕ ਬੱਚੇ ਵਾਸਤੇ ਸਿਰਫ ਇੱਕ 21,000 ਰੁਪਏ ਦਾ ਇੱਕ ਅਮਾਊਂਟ ਲੈ ਕੇ ਉਹਨਾਂ ਵਾਸਤੇ ਆਪਾਂ ਨੇ ਫਿਕਸ ਕਰਾਤਾ ਉਹਨੂੰ, ਔਰ ਉਹ ਜੋ ਵੀ ਕੀਤਾ ਜਾਂ ਨਹੀਂ ਕੀਤਾ ਆਪਣੇ ਆਪ ਪਾਵਰ ਆਫ ਕੰਪਾਊਂਡਿੰਗ ਇੱਥੇ ਆ ਗਈ। ਹੁਣ ਆਪਾਂ ਤੁਹਾਨੂੰ ਦੋਸਤੋ ਇੱਕ ਚੀਜ਼ ਦੱਸਣਾ ਚਾਹਾਂਗੇ, ਹਮੇਸ਼ਾ ਸਾਡੇ ਕੋਲ ਇੱਕ ਇਨਫਲੇਸ਼ਨ ਦੀ ਵੀ ਚੀਜ਼ ਹੁੰਦੀ ਹੈ। ਇਨਫਲੇਸ਼ਨ ਯਾਨੀ ਕਿ ਮਹਿੰਗਾਈ ਹੁੰਦੀ ਹੈ, ਯਾਨੀ ਅੱਜ ਜਿਹੜਾ ਤੁਹਾਡਾ 10,000 ਦੇ ਵਿੱਚ ਤੁਸੀਂ ਜੋ ਖਰਚ ਸਕਦੇ ਹੋ ਅੱਜ ਤੋਂ 1 ਸਾਲ ਬਾਅਦ 10,000 ਦੀ ਹੋ ਸਕਦਾ ਸਿਰਫ ਉਹਦੀ ਜਿਹੜੀ 10,000 ਦੀ ਵੈਲਿਊ ਸਿਰਫ 9,500 ਦਾ ਸਮਾਨ ਖਰੀਦ ਸਕੇ। ਅਗਲੇ ਆਉਣ ਵਾਲੇ ਟਾਈਮ 'ਤੇ 9,500 ਦਾ ਵੀ ਹੋ ਸਕਦਾ ਸਿਰਫ 8,000 ਹੋ ਜਾਏ। ਅਤੇ ਮਹਿੰਗਾਈ ਤਾਂ ਹਮੇਸ਼ਾ ਵੱਧਦੀ ਹੈ।
ਇੱਕ ਇਕੋਨਮੀ ਵਾਸਤੇ ਇੰਡੀਆ ਦੀ ਜਿਹੜੀ ਗਰੋਇੰਗ ਇਕੋਨਮੀ ਹੈਗੀ ਉਹਦੇ ਵਾਸਤੇ ਮਹਿੰਗਾਈ ਦਾ ਹੋਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਉਹਨੂੰ ਵੀ ਆਪਾਂ ਕਦੀ ਕਿਸੇ ਵਿਸ਼ੇ ਵਿੱਚ ਜ਼ਰੂਰ ਡਿਸਕਸ ਕਰਾਂਗੇ। ਤਾਂ ਆਪਾਂ ਨੂੰ ਸੋਚਣ ਵਾਲੀ ਇਹ ਗੱਲ ਹੈ, ਸਪੋਜ਼ ਅਗਰ 7% ਤੇ ਬੈਂਕ ਦੇ ਵਿੱਚ ਆਪਾਂ ਪੈਸੇ FD ਕਰਾਏ ਵੀ, ਲੇਕਿਨ 7% ਜਿਹੜਾ ਹੈ ਉਹਦਾ ਜਿਹੜਾ ਹੈ ਇਨਫਲੇਸ਼ਨ ਯਾਨੀ ਕਿ ਮਹਿੰਗਾਈ ਹਰ ਸਾਲ ਵਧਦੀ ਰਹੀ। ਅਤੇ ਇਫੈਕਟਿਵਲੀ ਜੇਕਰ ਮੈਂ ਦੇਖਿਆ, ਇੱਕ ਮੈਂ ਐਕਸਲ ਦੇ ਵਿੱਚ ਫਾਰਮੂਲਾ ਲਗਾਇਆ, ਇਫੈਕਟਿਵ ਅਗਰ ਦੇਖੀਏ ਜਿਹੜਾ 16 ਲੱਖ ਰੁਪਏ ਅੱਜ ਤੋਂ 60 ਸਾਲ ਬਾਅਦ ਬੱਚੇ ਵਾਸਤੇ ਜਮ੍ਹਾਂ ਹੋਇਆ, ਉਹਦੀ ਸਿਰਫ ਵੈਲਿਊ ਰਹਿ ਜਾਂਦੀ 27,000 ਰੁਪਏ। ਇਹ ਦੇਖੋ ਪਾਵਰ ਆਫ ਕੰਪਾਊਂਡਿੰਗ ਦਾ ਕਿੰਨਾ ਅਸਰ ਐਕਚੁਅਲੀ 'ਚ ਹੁੰਦਾ ਕਿ ਇਹਦੇ ਇਨਫਲੇਸ਼ਨ ਯਾਨੀ ਕਿ ਮਹਿੰਗਾਈ 'ਚ ਵੀ ਉਹਨੇ ਇਫੈਕਟਿਵਲੀ ਤਾਂ ਪੈਸੇ ਉਦੋਂ ਕੁਛ ਵੀ ਨਹੀਂ ਕੀਤਾ, ਜਿਵੇਂ ਤੁਸੀਂ ਲਗਾਇਆ ਸੀ ਇੰਨੇ ਸਾਲ ਬਾਅਦ ਹੀ ਹਾਰਡਲੀ ਥੋੜ੍ਹਾ ਜਿਹਾ ਉਹਦੇ ਵਿੱਚ ਇੰਕਰੀਜ਼ ਹੋਏਗਾ। ਲੇਕਿਨ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ, ਸਪੋਜ਼ ਇੱਥੇ ਅੱਜ ਦੀ ਡੇਟ ਦੇ ਵਿੱਚ ਇਹੋ ਜਿਹੇ ਇੰਸਟਰੂਮੈਂਟਸ ਹੈਗੇ, ਸਪੈਸ਼ਲੀ ਅਗਰ ਆਪਾਂ ਇਕੁਇਟੀ ਮਾਰਕੀਟ ਦੀ ਗੱਲ ਕਰਨੀ, ਉਹਦੇ ਵਿੱਚ ਇਹੋ ਜਿਹੀ ਸਕੀਮਸ ਹੈਗੀ ਹੈ ਜਿਨ੍ਹਾਂ ਨੇ ਪਿਛਲੇ ਕਿੰਨੇ ਸਾਲਾਂ ਤੋਂ 17 ਤੋਂ 18% ਦੇ ਵਿੱਚ ਸਾਲ ਦਾ ਰਿਟਰਨ ਦਿੱਤਾ ਹੋਇਆ ਹੈ। ਚਲੋ 18 ਆਪਾਂ ਨਹੀਂ ਵੀ ਕਹੀਏ, ਅਗਰ ਉਹਨੂੰ ਐਡਜਸਟ ਕਰਕੇ ਦੇਖੀਏ 15 ਤੋਂ 16% ਦਾ ਬੜੇ ਆਰਾਮ ਨਾਲ ਰਿਟਰਨ ਮਿਲ ਜਾਂਦਾ। ਅੱਛਾ ਚਲੋ ਅਸਿਊਮ ਕਰਨੇ ਆਪਾਂ ਇੱਕ ਮਿਊਚੁਅਲ ਫੰਡ ਕਰਾਤਾ, ਇਹਦੀ ਜਗ੍ਹਾ ਬੈਂਕ ਦੀ ਰੱਖਣ ਜਗ੍ਹਾ ਇਹਦਾ ਰਿਟਰਨ ਤੁਹਾਨੂੰ ਮਿਲ ਗਿਆ ਲਗਭਗ 13.4%। ਇਹਦੇ ਨਾਲ ਦੇਖਦੇ ਆਪਾਂ ਸਾਡੇ ਅਮਾਊਂਟ ਦੇ ਵਿੱਚ ਕੀ ਡਿਫਰੈਂਸ ਹੈ। ਸਿਰਫ ਆਪਾਂ ਉਹੀ ਬੈਂਕ ਵਾਲੇ ਅਮਾਊਂਟ ਨੂੰ ਬੈਂਕ 'ਚ ਨਾ ਰੱਖ ਕੇ ਇੱਕ ਲੌਂਗ ਟਰਮ ਵਾਸਤੇ ਮਿਊਚੁਅਲ ਫੰਡ ਦੇ ਵਿੱਚ ਪਾਇਆ, ਜਿਹਦਾ ਜਿਹੜਾ ਆਪਾਂ ਐਜ਼ਿਊਮ ਕੀਤਾ ਕਿ ਹਰ ਸਾਲ 13.4% ਦੇ ਹਿਸਾਬ ਨਾਲ ਸਾਨੂੰ ਰਿਟਰਨ ਦੇਗਾ। ਅਗੇਨ ਇਹ ਆਪਾਂ ਸਿਰਫ ਅਜ਼ਿਊਮ ਤੁਹਾਨੂੰ ਦੱਸਣੇ ਪਿਆ 13% ਸਾਲ ਦਾ ਇੱਕ ਐਵਰੇਜ ਰਿਟਰਨ ਆਏਗਾ। ਇਹਦੇ ਵਿੱਚ ਇੱਦਾਂ ਹੋਏਗਾ ਕਿਸੇ ਇੱਕ ਸਾਲ ਹੋ ਸਕਦਾ 40% ਰਿਟਰਨ ਹੋ, ਕਿਸੇ ਇੱਕ ਸਾਲ ਹੋ ਸਕਦਾ -10% ਰਿਟਰਨ ਵੀ ਹੋ, ਪਰ ਓਵਰਆਲ ਜਿਹੜੀ ਪਿਕਚਰ ਜਿਹੜੀ ਤੁਹਾਡੀ ਹੈਗੀ ਹੈ ਲਗਭਗ 13.4% ਦੇ ਆਸ-ਪਾਸ ਰਿਟਰਨ ਆਏਗਾ। ਇਹਦੇ ਨਾਲ ਆਪਾਂ ਨੇ ਕੀ ਕੀਤਾ, ਇੰਨੀ ਅਮਾਊਂਟ ਪਾਈ ਅਤੇ ਇਹ ਜਿਹੜੀ ਅਮਾਊਂਟ ਬਣ ਗਈ, ਹਾਂਜੀ ਤੁਸੀਂ ਬਿਲਕੁਲ ਸਹੀ ਪੜ੍ਹ ਰਹੇ ਹੋ, ਇਹ ਐਕਚੁਅਲੀ ਹੋ ਜਾਣੀ ਹੈ 3,97,90,19,390। ਯਾਨੀ ਇਹ ਵੇਖੋ ਦੋਸਤੋ, ਇੱਥੇ ਪਾਵਰ ਆਫ ਕੰਪਾਊਂਡਿੰਗ ਦਾ ਮੇਨ ਅਸਰ ਪਤਾ ਚੱਲਿਆ ਕਿ ਆਪਾਂ ਨੇ ਇੱਕ ਸਹੀ ਇੰਸਟਰੂਮੈਂਟ ਸਿਲੈਕਟ ਕੀਤਾ, ਉਹਦੇ ਵਿੱਚ ਸਿਰਫ 21,000 ਰੁਪਏ ਦੀ ਛੋਟੀ ਜਿਹੀ ਅਮਾਊਂਟ ਲਗਾਈ। ਉਹ ਛੋਟੀ ਜਿਹੀ ਅਮਾਊਂਟ ਆਪਣੇ ਆਪ ਬੱਚੇ ਨੇ ਆਪਣੀ ਪੜ੍ਹਾਈ ਕੀਤੀ, ਬੱਚੇ ਨੇ ਆਪਣੀ ਜੌਬ ਕੀਤੀ, ਬੱਚੇ ਨੇ ਆਪਣੀ ਲਾਈਫ ਨੂੰ ਵੀ ਪੂਰਾ ਜੀਆ, ਪਰ ਤੁਹਾਡੇ ਦੁਆਰਾ ਦਿੱਤਾ ਗਿਆ ਇੱਕ ਛੋਟਾ ਜਿਹਾ ਗਿਫਟ ਉਹਦੀ ਲਾਈਫ ਦੇ ਵਿੱਚ ਜਦੋਂ ਸਾਲ ਦੇ ਜਦ ਆਪਣੀ ਰਿਟਾਇਰਮੈਂਟ ਕਰੇਗਾ, ਉਹਨੂੰ ਤਾਂ ਚਲੋ ਜੋ ਅਮਾਊਂਟ ਮਿਲਿਆ ਜੋ ਨਹੀਂ ਮਿਲਿਆ, ਰੱਬ ਨਾ ਕਰੇ ਕਿਸੇ ਵੇਲੇ ਕੋਈ ਕਿਸੇ ਤੁਸੀਂ ਉਹਦਾ ਫਿਊਚਰ ਇੰਨਾ ਕੁ ਸਿਕਿਉਰ ਕਰ ਦਿੱਤਾ ਹੈ ਕਿ ਇਸ ਟਾਈਮ 'ਤੇ ਜਾ ਕੇ ਜਿਹੜਾ ਅਮਾਊਂਟ ਹੈਗਾ 3 ਕਰੋੜ ਰੁਪਏ ਬਣ ਜਾਂਦਾ। ਉਹਦਾ ਵੀ ਦੇਖੋ, ਅਗਰ ਮਹਿੰਗਾਈ ਦਰ 8% ਹੈ, 7% ਦੇ ਹਿਸਾਬ ਨਾਲ ਲੈਂਦੇ, ਇਨਫਲੇਸ਼ਨ ਦੀ ਮਾਰ ਉੱਥੇ ਵੀ ਪੈਣੀ ਹੈ, ਪਰ ਅਗੇਨ ਉਹਦੇ ਵਿੱਚ ਵੀ ਆਪਾਂ ਦੇਖ ਸਕਦੇ ਹਾਂ ਕਿ ਜਿਹੜਾ ਅਮਾਊਂਟ ਹੈਗਾ ਉਹਦੇ ਹਿਸਾਬ ਨਾਲ ਸਿਗਨੀਫਿਕੈਂਟਲੀ ਕਿੰਨਾ ਡਿਫਰੈਂਸ ਆਇਆ ਕਿ ਆਪਾਂ ਨੇ ਜਿਹੜਾ ਨੈਟ ਨੂੰ ਉਹਨੂੰ ਚੇਂਜ ਕੀਤਾ, ਉਹਦੇ ਹਿਸਾਬ ਨਾਲ ਅਮਾਊਂਟ ਜਿਹੜਾ ਹੈਗਾ ਉਹਦੇ 'ਚ ਕੋਈ ਖਾਸ ਫਰਕ ਨਹੀਂ ਪਿਆ। ਇਹਨੂੰ ਅਗਰ ਆਪਾਂ ਫਿਰ ਅਗਰ ਗ੍ਰਾਫਿਕਲੀ ਆਪਾਂ ਦੇਖਣਾ ਚਾਹੀਏ, ਇਹ ਵੇਖੋ ਇਹਦੇ ਵਿੱਚ ਜਿਹੜਾ ਇਕੁਇਟੀ ਮਾਰਕੀਟ ਦੇ ਵਿੱਚ ਜਾਂ ਜੋ ਵੀ ਆਪਾਂ ਲਗਾਇਆ, ਇਹਦਾ ਅਗਰ ਤੁਸੀਂ ਗ੍ਰਾਫ ਇੱਕ ਵਾਰ ਚੰਗੇ ਤਰੀਕੇ ਨਾਲ ਦੇਖਣਾ ਚਾਹੋਗੇ, ਪਹਿਲੇ ਸ਼ੁਰੂ ਦੇ 0 ਤੋਂ ਲੈ ਕੇ ਤਕਰੀਬਨ 20 ਸਾਲ ਦੇ ਵਿੱਚ ਤੇ ਕੋਈ ਖਾਸ ਸਾਨੂੰ ਦਿਖਦਾ ਹੀ ਨਹੀਂ, ਲੱਗਦਾ ਹੈ ਕਿ ਕੀ ਆਪਾਂ ਪਾਇਆ ਹੋਇਆ, ਕੀ ਚੀਜ਼ ਆਪਾਂ ਕੀਤੀ ਹੈ, ਕੀ ਇਨਵੈਸਟਮੈਂਟ ਕੀਤੀ। ਬਟ ਪਾਵਰ ਆਫ ਕੰਪਾਊਂਡਿੰਗ ਦਾ ਅਗੇਨ 8th ਵੰਡਰ ਹੈਗਾ, ਤਾਂ ਉਹਨੇ ਆਪਣਾ ਕਮਾਲ ਦਿਖਾਣਾ ਹੀ ਹੈ। ਜਿਵੇਂ ਦੇਖੋ 30 ਸਾਲ 40 ਸਾਲ ਬਾਅਦ ਇੱਦਾਂ ਅਮਾਊਂਟ ਗਰੋ ਹੋਈ ਹੈ ਕਿ ਆਪਾਂ ਉਹਨੂੰ ਦੇਖ ਕੇ ਵੀ ਆਪਾਂ ਨਹੀਂ ਕਰ ਪਾਉਂਦੇ, ਆਖਰੇ ਅੱਗੇ ਦੇਖਿਓ ਸ਼ਾਇਦ ਜਗ੍ਹਾ ਵੀ ਨਾ ਬਚ ਪਾਏ ਐਕਸਲ ਦੇ ਵਿੱਚ। ਇਹ ਵੇਖੋ ਜਿਹੜਾ ਬੈਸਟ ਇੰਸਟਰੂਮੈਂਟ ਮਾਰਕੀਟਸ ਦਿੰਦੀ, ਅਗਰ ਤੁਸੀਂ ਹਿਸਟਰੀ ਵੀ ਚੈੱਕ ਕਰੋ, ਇੱਕ ਮੈਂ ਜਸਟ ਦਿਖਾਉਣ ਵਾਸਤੇ ਕਰ ਰਿਹਾ, ਹੁਣ ਤੁਸੀਂ ਆਪਣਾ ਆਪ ਸਰਚ ਕਰ ਸਕਦੇ ਹੋ ਕਿ ਕੀ ਆਪਾਂ ਸੱਚ ਕਹਿ ਰਹੇ ਜੋ। ਅਗਰ 16% ਜਿਹੜੀ ਇੰਡੀਆ ਦੀ ਇਕੋਨਮੀ ਨੇ ਪਿਛਲੇ ਓਵਰਆਲ ਜਿਹੜਾ ਨਿਫਟੀ ਸੈਂਸੈਕਸ ਵਗੈਰਾ ਹੁੰਦਾ ਹੈ, ਅਗਰ ਓਵਰਆਲ ਉਹਨਾਂ ਦੀ ਐਵਰੇਜ ਰਿਟਰਨਸ ਹੈ ਕਿ ਤਕਰੀਬਨ 16% ਸਾਲ ਦਾ ਹੈਗਾ ਪਿਛਲੇ 10 ਤੋਂ 15 ਸਾਲ ਦੇ ਵਿੱਚ। ਅੱਗੇ ਆਪਾਂ ਦੇਖਾਂਗੇ ਕਿ ਇਹ ਚੀਜ਼ ਹੋ ਸਕਦੀ ਹੈ ਨਹੀਂ ਹੋ ਸਕਦੀ, ਬਟ ਇਹ 16% ਦੇ ਹਿਸਾਬ ਨਾਲ ਜੇ ਤੁਸੀਂ ਇੰਪੈਕਟ ਦੇਖਦੇ ਹੋ ਤਾਂ ਇਹ ਕਿੰਨਾ ਵੱਡਾ ਇੰਪੈਕਟ ਪੈਂਦਾ। ਇਟਸ ਅਪਰੋਕਸੀਮੇਟਲੀ ਤੁਹਾਡੇ ਸਾਹਮਣੇ 19 ਕਰੋੜ ਦੇ ਵੀ ਪਲੱਸ ਜਾਂ ਉਸ ਤੋਂ ਵੀ ਜ਼ਿਆਦਾ ਅਮਾਊਂਟ ਇਹ ਬਚ ਚੁੱਕੀ ਹੈ। ਅਗਰ ਸਪੋਜ਼ ਮਹਿੰਗਾਈ ਦਰ ਵੀ ਇਹਦੇ ਹਿਸਾਬ ਨਾਲ ਸਪੋਜ਼ ਆਪਾਂ ਕਰ ਲੈਂਦੇ 7 ਦੀ ਜਗ੍ਹਾ 8% ਹੋ ਗਈ, ਤਾਂ ਵੀ ਦੇਖੋ ਸਾਡੇ ਕੋਲ ਜਿਹੜਾ ਇਫੈਕਟਿਵ ਅਮਾਊਂਟ ਬਚਣੇ 18 ਲੱਖ ਸਮਥਿੰਗ, ਇਹ ਉਸ ਵੇਲੇ ਦੀ ਮਹਿੰਗਾਈ ਦਰ। ਅੱਜ ਦੀ ਡੇਟ 'ਚ ਵੀ ਤੁਹਾਨੂੰ ਪਤਾ ਜੇ 10 ਲੱਖ 15 ਲੱਖ 20 ਲੱਖ ਹੋਏ ਤਾਂ ਇੱਕ ਅੱਛੀ ਖਾਸੀ ਅਮਾਊਂਟ ਹੁੰਦੀ ਕਿ ਆਪਾਂ ਉਹਦੇ ਵਿੱਚ ਕੁਝ ਕਰ ਸਕਦੇ। ਸੋ ਇਨਫਲੇਸ਼ਨ ਐਡਜਸਟ ਕਰਾ ਕੇ ਵੀ ਜਿਹੜਾ ਇਹ ਅਮਾਊਂਟ ਹੈਗਾ, ਇਹ ਦੇਖੋ ਆਪਣੇ ਸਾਹਮਣੇ ਆਪਾਂ ਦੇਖ ਸਕਦੇ ਕਿੰਨਾ, ਜਿੰਨਾ ਜ਼ਿਆਦਾ ਵੱਡਾ ਅਮਾਊਂਟ, ਜਿੰਨੀ ਇਨਵੈਸਟਮੈਂਟ ਹੁੰਦੀ ਇਨੀਸ਼ੀਅਲੀ ਸਾਨੂੰ ਲੱਗਦਾ ਹੈ ਕਿ ਨਹੀਂ ਉਹਦੇ ਵਿੱਚ ਕੋਈ ਦਮ ਨਹੀਂ ਹੈਗਾ ਜਾਂ ਕੁਝ ਉਹ ਨਹੀਂ ਹੈਗਾ, ਲੇਕਿਨ ਜਸਟ ਆਪਾਂ ਰੁਕਨੇ ਹਾਂ ਉਹਦੇ ਹਿਸਾਬ ਨਾਲ ਸਾਨੂੰ ਇਫੈਕਟ ਦਿਖਦਾ ਹੀ ਹੈ। तो दोस्तों ਆਪਾਂ ਤੁਹਾਨੂੰ ਬਸ ਇਹੀ ਰਿਕੁਐਸਟ ਕਰਨਾ ਚਾਹਾਂਗੇ ਕਿ ਇਨਵੈਸਟਮੈਂਟ ਕਰਨੀ ਚਾਹੀਦੀ ਹੈ, ਜ਼ਰੂਰ ਕਰਨੀ ਚਾਹੀਦੀ ਹੈ। ਜ਼ਰੂਰੀ ਨਹੀਂ ਹੈਗਾ ਸਾਡੇ ਕੋਲ ਜੇ ਅਗਰ ਬਹੁਤ ਵੱਡੀ ਅਮਾਊਂਟ ਹੋ ਜਾਂ ਬਹੁਤ ਵੱਡੀ ਚੀਜ਼ ਹੋ ਤਾਂ ਹੀ ਆਪਾਂ ਇਨਵੈਸਟਮੈਂਟ ਕਰੀਏ। ਛੋਟੀ ਸੀ ਛੋਟੀ ਅਮਾਊਂਟ ਤੋਂ ਵੀ ਕਰ ਸਕਦੇ ਹਾਂ, ਇੱਕ ਵੱਡੀ ਤੋਂ ਵੱਡੀ ਅਮਾਊਂਟ ਨੂੰ ਵੀ ਕਰ ਸਕਦੇ ਹਾਂ। ਹੁਣ ਸਪੋਜ਼ ਇਹ ਸਿਰਫ ਇੱਕ ਰਿਫਲੈਕਟਿਵ ਸੀ ਕਿ ਕਿਸੇ ਵੀ ਆਮ ਜਿਹੜੇ ਆਪਾਂ ਹੈਗੇ 21,000 ਰੁਪਏ ਆਪਾਂ ਕਰ ਸਕਦੇ। ਸਪੋਜ਼ ਇਹੀ ਅਮਾਊਂਟ ਆਪਾਂ ਵਧਾ ਦਿੰਦੇ ਹਾਂ ਅਤੇ ਆਪਣੇ ਆਪ ਹੀ ਉਹਦਾ ਇੰਪੈਕਟ ਬਹੁਤ ਜ਼ਿਆਦਾ ਵੱਧ ਜਾਂਦਾ। ਸਪੋਜ਼ ਥੋੜ੍ਹਾ ਘਟਾ ਵੀ ਸਕਦੇ ਹਾਂ ਇਸ ਤਰੀਕੇ ਨਾਲ, ਜੇ ਅਗਰ ਪੈਸੇ ਤੁਹਾਡੇ ਕੰਪਾਊਂਡ ਹੋਣਗੇ ਸਾਲ ਤੋਂ ਸਾਲ ਤਾਂ ਇਫੈਕਟ ਬਹੁਤ ਜ਼ਿਆਦਾ ਪੜੇਗਾ। ਐਂਡ ਦੂਸਰੀ ਚੀਜ਼ ਆਪਾਂ ਇਹਦੇ ਵਿੱਚ ਇਹ ਸਮਝਣ ਵਾਲੀ ਹੈਗੀ ਹੈ ਕਿ ਇਨੀਸ਼ੀਅਲੀ ਕੋਈ ਵੀ ਇਨਵੈਸਟਮੈਂਟ ਅਗਰ ਆਪਾਂ ਕਰਨੇ ਆ ਤਾਂ ਪਹਿਲੇ ਤਾਂ 2 ਤੋਂ 5 ਸਾਲ ਸਾਨੂੰ ਬਹੁਤ ਕਿਉਰਿਓਸਿਟੀ ਹੁੰਦੀ ਹੈ, ਇੰਟਰਸਟ ਰਿਟਰਨਸ ਨਹੀਂ ਆ ਰਹੇ, ਰਿਟਰਨਸ ਆਉਣਗੇ।
ਟਾਈਮ ਲੱਗੇਗਾ। ਇਹ ਜਿਹੜਾ ਗ੍ਰਾਫ ਨੂੰ ਅਗਰ ਜੇ ਤੁਸੀਂ ਬੜੇ ਗੌਰ ਨਾਲ ਜਾਂ ਆਰਾਮ ਨਾਲ ਦੇਖੋ, ਇਨੀਸ਼ੀਅਲੀ ਤੁਹਾਨੂੰ ਇਫੈਕਟ ਦਿਖੇਗਾ ਹੀ ਨਹੀਂ ਕੋਈ। ਇਹਦਾ ਐਗਜ਼ਾਮਪਲ ਤੁਹਾਨੂੰ ਆਪਾਂ ਇੱਕ ਵਾਰੀ ਚਾਈਨੀਜ਼ ਬੈਂਬੂ ਦੇ ਨਾਲ ਆਪਾਂ ਤੁਹਾਨੂੰ ਕਦੀ ਜ਼ਰੂਰ ਐਕਸਪਲੇਨ ਕਰਾਂਗੇ ਕਿ ਉਹਦੀ ਕੀ ਕੋਰਿਲੇਸ਼ਨ ਹੋ ਸਕਦੀ ਹੈ। ਬਟ ਇੱਥੋਂ ਆਪਾਂ ਨੂੰ ਸਿਰਫ ਟੇਕ ਅਵੇ ਇਹ ਕਰਨਾ ਕਿ ਇਨਵੈਸਟਮੈਂਟਸ ਕਰਨੀ ਚਾਹੀਦੀ, ਜ਼ਰੂਰ ਕਰਨੀ ਚਾਹੀਦੀ। ਔਰ ਇੱਕ ਇਹ ਵਾਲਾ ਗਿਫਟ ਜਿਹੜਾ ਹੈ ਅਗਰ ਆਪਾਂ ਵਾਕਈ 'ਚ ਅਗਰ ਕਿਸੇ ਨੂੰ ਇਹ ਆਪਾਂ ਦੇ ਪਾਈਏ ਤੇ ਇਹ ਇਸ ਤੋਂ ਵਧੀਆ ਮੇਰੇ ਹਿਸਾਬ ਨਾਲ ਤਾਂ ਕੋਈ ਗਿਫਟ ਹੋ ਨਹੀਂ ਸਕਦਾ। ਬਾਕੀ ਦੂਸਰੀ ਚੀਜ਼ ਜ਼ਰੂਰ ਇਹ ਵੀ ਇਹਦੇ ਵਿੱਚ ਆਉਂਦੀ ਹੈ ਕਿ ਐਜੂਕੇਸ਼ਨ ਯਾਨੀ ਪੜ੍ਹਾਈ ਦਾ ਬਹੁਤ ਮਹੱਤਵ ਹੁੰਦਾ ਹੈ। ਭਾਵੇਂ ਆਪਾਂ ਏਜ ਦੇ ਕਿਸੇ ਵੀ ਲਾਈਫ ਦੇ ਵਿੱਚ ਕਿਸੇ ਵੀ ਏਜ ਦੇ ਵਿੱਚ ਆਪਾਂ ਹੈਗੇ ਹਾਂ ਇਸ ਵੇਲੇ, ਜਾਂ ਕੁਝ ਵੀ ਹੈਗੀ, ਐਜੂਕੇਸ਼ਨ ਕਦੀ ਵੀ ਵੇਸਟ ਨਹੀਂ ਜਾਂਦੀ। ਇਹ ਜਿਹੜੀ ਐਜੂਕੇਸ਼ਨ ਦਾ ਆਪਾਂ ਸਾਡਾ ਮੇਨ ਮਕਸਦ ਹੀ ਇਹ ਚੈਨਲ ਦੇ ਥਰੂ ਹੈਗਾ ਕਿ ਬੇਸਿਕ ਤੋਂ ਬੇਸਿਕ ਨੌਲੇਜ ਜਿਹੜੀ ਹੈਗੀ ਹੈ ਹਰ ਆਖਰੀ ਬੰਦੇ ਤੋਂ ਆਪਾਂ ਪਹੁੰਚਾ ਸਕੀਏ, ਤਾਂ ਕਿ ਉਹਨੂੰ ਆਪਣੀ ਲਾਈਫ ਦੇ ਵਿੱਚ ਕਿਸੇ ਪ੍ਰਕਾਰ ਦੀ ਐਟਲੀਸਟ ਫਾਈਨੈਂਸ਼ੀਅਲੀ ਕੋਈ ਦਿੱਕਤ ਨਾ ਆਏ। ਥੈਂਕ ਯੂ ਸੋ ਮਚ, ਤੁਸੀਂ ਆਪਣਾ ਟਾਈਮ ਸਾਨੂੰ ਸਪੈਂਡ ਕੀਤਾ। ਅਸੀਂ ਅੱਗੇ ਹੋਰ ਵੀ ਤੁਹਾਨੂੰ ਹੋਰ ਵਧੀਆ ਵੀਡੀਓ ਲੈ ਕੇ ਆਵਾਂਗੇ। ਜੇ ਤੁਹਾਨੂੰ ਕੁਝ ਵੀ ਇਹਦੇ ਵਿੱਚ ਅੱਛਾ ਲੱਗੇ ਜਾਂ ਬੁਰਾ ਲੱਗੇ, ਤੁਸੀਂ ਜ਼ਰੂਰ ਕਮੈਂਟ ਕਰਿਆ ਕਰੋ, ਤਾਂ ਕਿ ਸਾਨੂੰ ਉਹਦੇ ਨਾਲ ਸਾਨੂੰ ਹੀ ਇੱਕ ਮੋਟੀਵੇਸ਼ਨ ਮਿਲ ਜਾਏਗੀ ਕਿੱਦਾਂ ਆਪਾਂ ਆਪਣੇ ਆਪ ਨੂੰ ਇੰਪਰੂਵ ਕਰ ਸਕਦੇ ਹਾਂ, ਕਿੱਦਾਂ ਆਪਾਂ ਆਪਣੇ ਅੰਦਰ ਚੇਂਜ ਲਾ ਸਕਦੇ ਹਾਂ। ਜੇ ਤੁਹਾਨੂੰ ਥੋੜੀ ਵੀ ਅੱਛਾ ਲੱਗੇ ਕਿ ਇਹ ਵਾਕਈ 'ਚ ਇਹੋ ਜਿਹਾ ਗਿਫਟ ਆਪਾਂ ਕਿਸੇ ਨੂੰ ਦੇਣਾ ਚਾਹੀਦਾ, ਜ਼ਰੂਰ ਸ਼ੇਅਰ ਵੀ ਕਰਿਓ ਕਿਸੇ ਆਪਣੇ ਖਾਸ ਰਿਲੇਟਿਵ ਨਾਲ, ਫਰੈਂਡ ਨਾਲ, ਜਿਹਨੂੰ ਵਾਕਈ 'ਚ ਇਹਦੇ ਨਾਲ ਕੋਈ ਅੱਛਾ ਖਾਸਾ ਇੰਪੈਕਟ ਆ ਸਕਦਾ ਹੈ। ਥੈਂਕ ਯੂ ਸੋ ਮਚ ਸਭ ਦਾ ਆਪਣਾ ਟਾਈਮ ਦੇਣ ਵਾਸਤੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।